Good morning, student. Most welcome in our online classes. Today, our EVS class. Open your book, page number 19, chapter 4, Success with Hard Work. So, first of all, I want to tell you about a lesson. What is theme of lesson and what is explained in this chapter. According to chapter, success is precious thing that received from a hard work. In last page, you receive PDF of this chapter, but today we will discuss this chapter with video. So one is the most important thing is that, listen student, be carefully. One is the most important thing is that you have too much need of EVS book or notebook, because without book you can't understand chapter, and without notebook you can't do back exercise of book. ਸਟੂਡੈਂਟ ਤੁਹਾਨੂੰ EVS ਬੁੱਕ ਇਨਵਾਇਰਮੈਂਟ ਬੁੱਕ ਔਰ ਨੋਟਬੁੱਕ ਦੀ ਟੂ ਮੱਚ ਨੀਡ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ। ਬੁੱਕ ਦੇ ਬਿਨਾਂ ਤੁਸੀਂ ਲੈਸਨ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ, ਅਤੇ ਨੋਟਬੁੱਕ ਤੋਂ ਬਿਨਾਂ ਤੁਸੀਂ ਜੋ ਬੈਕ ਐਕਸਰਸਾਈਜ਼ ਆ ਉਹਨੂੰ ਨੋਟਬੁੱਕ 'ਤੇ ਨਹੀਂ ਲਿਖ ਸਕਦੇ। ਸੈਕੰਡਲੀ ਹੇਅਰ ਯੂ ਹੈਵ ਆਲਸੋ ਟੂ ਮੱਚ ਨੀਡ ਆਫ PDF ਫਾਈਲ। ਸੈਕੰਡਲੀ ਸਟੂਡੈਂਟ ਤੁਹਾਨੂੰ PDF ਫਾਈਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਬਿਕਾਜ਼ ਵਿਦਾਊਟ PDF ਯੂ ਕਾਂਟ ਇਮੇਜਿਨ ਆਫ ਅ ਲੈਸਨ। PDF ਦੇ ਬਿਨਾਂ ਤੁਸੀਂ ਲੈਸਨ ਨੂੰ ਇਮੇਜਿਨ ਵੀ ਨਹੀਂ ਕਰ ਸਕਦੇ। ਲੈਸਨ ਦੀ ਸਟੋਰੀ ਕੀ ਹੈ, ਲੈਸਨ ਦੇ ਵਿੱਚ ਕਿੱਦਾਂ ਬੈਕ ਐਕਸਰਸਾਈਜ਼ ਦਿੱਤੀ ਗਈ ਆ, ਉਹਦੇ ਵਿੱਚ ਕੁਐਸਚਨਸ ਕੀ ਹੈ, ਸੀਰੀਅਲ ਵਾਈਜ਼ ਕਿੱਦਾਂ ਕੀਤਾ ਗਿਆ, ਸਪੈਲਿੰਗ ਕੀ ਹੈ, ਜੋ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲੂਗੀ ਉਹ PDF ਫਾਈਲ ਦੇ ਵਿੱਚੋਂ ਵੀ ਮਿਲੂਗੀ। ਵਿਦਾਊਟ ਬੁੱਕ ਤੁਸੀਂ ਆਪਣੇ ਲੈਸਨ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੋਗੇ, ਅੰਡਰਸਟੈਂਡਿੰਗ ਕਰ ਸਕੋਗੇ। ਨੋਟਬੁੱਕ ਤੋਂ ਬਿਨਾਂ ਤੁਸੀਂ ਆਪਣੀ ਬੈਕ ਐਕਸਰਸਾਈਜ਼ ਨਹੀਂ ਰਾਈਟ ਕਰ ਪਾਓਗੇ। ਸੋ ਸਟੂਡੈਂਟ, ਫਸਟ ਮੋਸਟ ਇੰਪੋਰਟੈਂਟ ਥਿੰਗ ਇਜ਼ ਬੁੱਕ, ਸੈਕੰਡਲੀ ਨੋਟਬੁੱਕ, ਥਰਡ ਇਜ਼ PDF। ਤਿੰਨੋਂ ਹੀ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਦੇ ਨਾਲ ਹੀ ਅਸੀਂ ਫੁੱਲੀ ਲੈਸਨ ਨੂੰ ਕੰਪਲੀਟ ਕਰ ਸਕਦੇ ਹਾਂ। ਸੋ ਲੈਟਸ ਸਟਾਰਟ ਆ ਲੈਸਨ। Look at the given pictures. Which games do they depict? Name of the games are also given below. Write the correct name of the games under the picture. You can also take the help of your teacher. Student, ਉਹ ਕਹਿੰਦੇ ਤੁਸੀਂ ਨੀਚੇ ਦਿੱਤੀਆਂ ਪਿਕਚਰਸ ਨੂੰ ਦੇਖ ਰਹੇ ਹੋਵੋਗੇ, ਜੋ ਇੱਥੇ ਇਹ ਦਰਸਾਉਂਦੀਆਂ, ਇਸ ਚੀਜ਼ ਨੂੰ ਦਿਖਾਉਂਦੀਆਂ ਕਿ ਉਹ ਕਿਹੜੀ ਗੇਮ ਹੈ। ਨੀਚੇ ਜੋ ਤੁਸੀਂ ਇੱਕ ਚਾਰਟ ਦੇ ਰੂਪ ਵਿੱਚ ਦੇਖ ਰਹੇ ਹੋਵੋਗੇ ਉਹ ਇੱਕ ਗੇਮਸ ਹੈ। ਗੇਮਸ ਦੇ ਤੁਸੀਂ ਨੀਚੇ ਨੇਮ ਲਿਖਣੇ ਆ। ਤੁਸੀਂ ਆਪਣੇ ਟੀਚਰਸ ਦੀ ਹੈਲਪ ਵੀ ਲੈ ਸਕਦੇ ਹੋ, ਅਤੇ ਬਾਈ ਹੈਲਪ ਦੇ ਨਾਲ ਵੀ ਤੁਸੀਂ ਨੇਮ ਲਿਖ ਸਕਦੇ ਹੋ। Some games are played individually by a player, but in other games more than of one player from a team. Let's list the games which are played individually and which are played as a team. ਉਹ ਕਹਿੰਦੇ ਕੁਝ ਗੇਮਸ ਇੱਦਾਂ ਦੀ ਹੁੰਦੀਆਂ ਜਿਹੜੀਆਂ ਇਕੱਲੀਆਂ ਖੇਡੀਆਂ ਜਾਂਦੀਆਂ, ਅਤੇ ਕੁਝ ਗੇਮਸ ਇੱਦਾਂ ਦੀਆਂ ਹੁੰਦੀਆਂ ਜੋ ਟੀਮ ਦੇ ਵਿੱਚ ਹੀ ਖੇਡੀਆਂ ਜਾਂਦੀਆਂ। ਇੰਡੀਵਿਜੂਅਲੀ ਮੀਨਸ ਇਕੱਲਿਆਂ ਹੀ ਉਹ ਚੀਜ਼ ਖੇਡੀ ਜਾਂਦੀ ਆ, ਅਤੇ ਜੋ ਟੀਮ ਦੇ ਵਿੱਚ ਹੁੰਦੀ ਆ ਜੋ ਆਪਾਂ ਐਜ਼ ਆ ਟੀਮ ਖੇਡਦੇ ਹਾਂ। ਨੀਚੋਂ ਕਹਿੰਦੇ ਤੁਸੀਂ ਲਿਸਟ ਬਣਾਉਣੀ ਆ ਉਹ ਵਾਲੀ ਗੇਮਸ ਦੀ ਜੋ ਤੁਸੀਂ ਇੰਡੀਵਿਜੂਅਲੀ ਖੇਡ ਸਕਦੇ ਹੋ, ਇਕੱਲੇ ਹੀ ਖੇਡ ਸਕਦੇ ਹੋ, ਅਤੇ ਉਹ ਵਾਲੀਆਂ ਗੇਮਸ ਜੋ ਤੁਸੀਂ ਐਜ਼ ਆ ਟੀਮ ਖੇਡਦੇ ਹੋ ਉਹਨਾਂ ਦੀ ਲਿਸਟ ਬਣਾਉਣੀ ਆ। Take part in these games, develop of the numbers of qualities such as confidence, accepting defeat, hard work, dedication, etc. We learn cooperation, associations, coordinations, etc. while playing as a team. ਕਹਿੰਦੇ ਜਦੋਂ ਤੁਸੀਂ ਗੇਮਸ ਦੇ ਵਿੱਚ ਪਾਰਟੀਸਪੇਟ ਕਰਦੇ ਹੋ ਤੁਹਾਡੇ ਵਿੱਚ ਕੀ ਹੁੰਦਾ ਜੀ, ਕੌਨਫੀਡੈਂਸ ਆ ਜਾਂਦਾ, ਹੌਸਲਾ ਆ ਜਾਂਦਾ। ਤੁਸੀਂ ਅਸੈਪਟਿੰਗ ਹਰ ਚੀਜ਼ ਨੂੰ ਸਵੀਕਾਰ ਕਰਨਾ ਸਿੱਖ ਜਾਂਦੇ ਹੋ। ਡਿਫੀਟ ਮੀਨ ਜੀ ਹਾਰ, ਅਤੇ ਜੇਕਰ ਤੁਹਾਡੀ ਹਾਰ ਹੁੰਦੀ ਹੈ ਤੁਸੀਂ ਉਸ ਨੂੰ ਵੀ ਸਵੀਕਾਰ ਕਰਨਾ ਸਿੱਖ ਜਾਂਦੇ ਹੋ। ਸਖਤ ਮਿਹਨਤ ਕਰਦੇ ਹੋ। ਡੈਡੀਕੇਸ਼ਨ ਹੁੰਦੇ ਹੋ ਮੀਨਸ ਆਪਣੇ ਆਪ ਨੂੰ ਕਿਸੇ ਚੀਜ਼ ਦੇ ਲਈ ਸਮਰਪਿਤ ਕਰ ਦਿੰਦੇ ਹੋ, ਐਟਸੈਕਟਰਾ। ਤੁਹਾਡੇ 'ਚ ਬਹੁਤ ਜ਼ਿਆਦੀਆਂ ਕੁਆਲਿਟੀਜ਼ ਆ ਜਾਂਦੀਆਂ। ਅਤੇ ਇਸ ਤੋਂ ਇਲਾਵਾ ਤੁਸੀਂ ਕੋਆਪਰੇਸ਼ਨ ਕਰਨਾ ਵੀ ਸਿੱਖ ਜਾਂਦੇ ਹੋ। ਸਹਿਯੋਗ ਬਣਾਉਣਾ ਜਾਂ ਤਾਲਮੇਲ ਦੀ ਭਾਵਨਾ ਕਰਨੀ, ਉਸ ਚੀਜ਼ ਨੂੰ ਤੁਸੀਂ ਲਰਨ ਕਰਨਾ ਸਿੱਖ ਜਾਂਦੇ ਹੋ ਜਦੋਂ ਤੁਸੀਂ ਖੇਡਦੇ ਹੋ। ਸਟੂਡੈਂਟ, ਸਕੂਲ ਲੈਵਲ ਗੇਮਸ ਦੀ ਅੱਗੇ ਉਹਨਾਂ ਨੇ ਗੱਲ ਕੀਤੀ ਹੈ। ਕਹਿੰਦੇ ਸਕੂਲ ਦੇ ਵਿੱਚ ਕਿਹੜੀਆਂ ਗੇਮਸ ਹੁੰਦੀਆਂ, ਬਲਾਕ ਲੈਵਲ ਦੀ ਹੁੰਦੀਆਂ, ਡਿਸਟ੍ਰਿਕਟ ਲੈਵਲ ਦੀ ਹੁੰਦੀਆਂ, ਸਟੇਟ ਲੈਵਲ, ਨੈਸ਼ਨਲ ਲੈਵਲ ਐਂਡ ਇੰਟਰਨੈਸ਼ਨਲ ਲੈਵਲ, ਇਹ ਵਾਲੀਆਂ ਗੇਮਸ ਕਰਵਾਈਆਂ ਜਾਂਦੀਆਂ। Olympics are international level games in which players from different countries take a part. ਜੋ ਓਲੰਪਿਕ ਗੇਮਸ ਹੁੰਦੀਆਂ ਉਹ ਇੰਟਰਨੈਸ਼ਨਲ ਲੈਵਲਸ ਦੀ ਗੇਮ ਹੁੰਦੀ ਹੈ, ਜਿਹਦੇ ਵਿੱਚ ਵੱਖ-ਵੱਖ ਕੰਟਰੀਜ਼ ਦੇ ਪਲੇਅਰਸ ਜੋ ਆ ਕੇ ਪਾਰਟੀਸਪੇਟ ਕਰਦੇ ਆ।
These are held after every 4 year। ओलंपिक गेम्स ਹੁੰਦੀਆਂ ਜਿਹੜੀਆਂ ਉਹ ਹਰ 4 ਸਾਲ ਦੇ ਬਾਅਦ ਕਰਵਾਈਆਂ ਜਾਂਦੀਆਂ। ओलंपिक गेम हर 4 ਸਾਲਾਂ ਬਾਅਦ ਕਰਵਾਈਆਂ ਜਾਂਦੀਆਂ। Taking part in these games is a big achievement in the same manner Asians and Commonwealth Games is also international games। ਕਹਿੰਦੇ ਇਹਨਾਂ ਦੇ ਵਿੱਚ ਅਚੀਵਮੈਂਟ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕੀ ਹੁੰਦੀ ਹੈ ਜੀ, ਪ੍ਰਾਪਤੀ ਹੁੰਦੀ ਹੈ। ਕਹਿੰਦੇ ਬਿਗ ਅਚੀਵਮੈਂਟ ਹੁੰਦੀ ਆ। ਜੋ ਏਸ਼ੀਅਨ ਅਤੇ ਕਾਮਨਵੈਲਥ ਗੇਮਸ ਸੀਗੀਆਂ ਉਹ ਵੀ ਕਿਹੜੀਆਂ ਹੁੰਦੀਆਂ, ਏਸ਼ੀਅਨ ਅਤੇ ਕਾਮਨਵੈਲਥ ਗੇਮਸ ਕੀ ਕਿਹੜੀਆਂ ਹੁੰਦੀਆਂ ਜੀ, ਇੰਟਰਨੈਸ਼ਨਲ ਲੈਵਲ ਗੇਮਸ ਹੁੰਦੀਆਂ। ਨੈਕਸਟ ਉਹਨਾਂ ਨੇ ਪੁੱਛਿਆ ਕਹਿੰਦੇ ਹੂ ਇਜ਼ ਯੂਅਰ ਫੇਵਰੇਟ ਪਲੇਅਰ, ਤੁਹਾਡਾ ਫੇਵਰੇਟ ਪਲੇਅਰ ਕੌਣ ਆ ਜੀ। ਕਲੈਕਟ ਇਨਫੋਰਮੇਸ਼ਨ ਅਬਾਊਟ ਹੈਮ ਫਰੋਮ ਦੀ ਮੈਗਜ਼ੀਨਸ ਐਂਡ ਆ ਨਿਊਜ਼ਪੇਪਰ, ਨੋਟ ਇਟ ਡਾਊਨ। ਤੁਸੀਂ ਉਹਦੇ ਬਾਰੇ ਜੋ ਇਨਫੋਰਮੇਸ਼ਨ ਆ ਉਹ ਕਲੈਕਟ ਕਰਨੀ ਹੈ। ਕਿੱਥੋਂ ਕਰਨੀ ਹੈ, ਮੈਗਜ਼ੀਨ ਦੇ ਵਿੱਚੋਂ, ਨਿਊਜ਼ਪੇਪਰ ਦੇ ਵਿੱਚੋਂ ਕਲੈਕਟ ਕਰਨੀ ਹੈ ਅਤੇ ਉਹਦੇ ਬਾਰੇ ਤੁਸੀਂ ਇੱਕ ਨੋਟ ਲਿਖਣਾ ਜੋ ਤੁਹਾਡਾ ਫੇਵਰੇਟ ਪਲੇਅਰ ਹੈ। ਇਹ ਸਟੂਡੈਂਟ ਤੁਹਾਡੀ ਐਕਟੀਵਿਟੀ ਹੈ, ਤੁਸੀਂ ਕੰਪਲਸਰੀ ਵਰਕ ਕਰਨੇ ਹੀ ਕਰਨਾ। EVS ਦੀ ਨੋਟਬੁੱਕ ਦੇ ਉੱਪਰ ਤੁਸੀਂ ਜੋ ਤੁਹਾਡਾ ਫੇਵਰੇਟ ਪਲੇਅਰ ਹੈਗਾ ਚੈਪਟਰ ਨੰਬਰ 4 ਦੇ ਵਿੱਚ ਜੋ ਤੁਹਾਡਾ ਫੇਵਰੇਟ ਪਲੇਅਰ ਹੈਗਾ ਤੁਸੀਂ ਉਹਦੀ ਇੱਕ ਪਿਕ ਲੈਣੀ ਹੈ। ਪਿਕ ਲੈ ਕੇ ਤੁਸੀਂ ਉਹਦੇ ਬਾਰੇ ਜਾਣਕਾਰੀ ਜੋ ਤੁਸੀਂ ਇਕੱਠੀ ਕੀਤੀ ਆ ਇਨ ਪੰਜਾਬੀ ਔਰ ਇੰਗਲਿਸ਼, ਜੋ ਸਟੂਡੈਂਟ ਦੀ ਜੋ ਕਮਾਂਡ ਹੈਗੀ ਆ ਤੁਸੀਂ ਉਹਦੇ ਵਿੱਚ ਉਹਦੇ ਬਾਰੇ ਰਾਈਟ ਡਾਊਨ ਕਰਨਾ। ਉਸ ਪਲੇਅਰ ਦੇ ਬਾਰੇ ਜਿੰਨਾ ਤੁਸੀਂ ਜਾਣਦੇ ਹੋ ਜ਼ਰੂਰ ਲਿਖਣਾ ਜੀ। ਐਕਟੀਵਿਟੀ ਵਰਕ ਬੱਚੇ ਤੁਹਾਡਾ। ਫਰੋਮ ਦੀ ਲਾਸਟ ਫਿਊ ਈਅਰਸ, ਪਿਛਲੇ ਕੁਝ ਸਾਲਾਂ ਤੋਂ ਸਪੋਰਟਸ ਮੀਟ ਆ ਬੀਇੰਗ ਆਰਗੇਨਾਈਜ਼ਡ ਫਰੋਮ ਆ ਡਿਫਰੈਂਟ ਏਬਲਡ ਪੀਪਲ। ਕਹਿੰਦੇ ਕੁਝ ਇੱਦਾਂ ਦੀਆਂ ਗੇਮਸ ਵੀ ਹੋਈਆਂ ਸੀ ਜੋ ਉਹਨਾਂ ਲੋਕਾਂ ਲਈ ਜੋ ਕੁਛ ਖਾਸ ਯੋਗਤਾ ਰੱਖਦੇ ਆ। ਦੇ ਸ਼ੋ ਦੇਅਰ ਟੈਲੈਂਟ, ਉਹ ਆਪਣਾ ਟੈਲੈਂਟ ਦਿਖਾਉਂਦੇ ਆ, ਉਤਸ਼ਾਹ ਦਿਖਾਉਂਦੇ ਆ। ਦਿਸ ਡਿਵੈਲਪ ਸੈਲਫ ਕੌਨਫੀਡੈਂਸ ਇਨ ਦੈਮ, ਅਤੇ ਉਹ ਆਪਣੇ ਆਪ ਦਾ ਕੀ ਦਿਖਾਉਂਦੇ ਆ ਜੀ, ਸੈਲਫ ਕੌਨਫੀਡੈਂਸ ਦਿਖਾਉਂਦੇ ਆ, ਸਵੈ ਹੌਸਲਾ ਜਾਂ ਸਵੈ ਵਿਸ਼ਵਾਸ ਦਿਖਾਉਂਦੇ ਆ। ਪਾਰਾ ਓਲੰਪਿਕਸ ਇਜ਼ ਆ ਵਨ ਸੱਚ ਐਕਟੀਵਿਟੀ, ਜੋ ਪਾਰਾ ਓਲੰਪਿਕ ਗੇਮਸ ਹੋਈਆਂ ਸੀ ਇਹ ਉਹਨਾਂ ਦੇ ਵਿੱਚੋਂ ਹੀ ਇੱਕ ਗੇਮ ਸੀ ਕਿ ਇਹ ਗੇਮਸ ਪਾਰਾ ਓਲੰਪਿਕ ਗੇਮ ਸੀ ਉਹਨਾਂ ਲੋਕਾਂ ਦੇ ਲਈ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਕੁਛ ਖਾਸ ਐਬਿਲਿਟੀਜ਼ ਪਾਈ ਜਾਂਦੀ ਸੀ, ਖਾਸ ਯੋਗਤਾ ਪਾਈ ਜਾਂਦੀ ਸੀ, ਉਹਨਾਂ ਦੇ ਲਈ ਹੀ ਇਹ ਗੇਮ ਸੀਗੀ। ਨੈਕਸਟ ਜੀ ਪੇਜ ਨੰਬਰ 21, fill in the blank with a correct words। activity back exercise student। dash and cricket are international level games। dash and cricket or international level games। hockey ਤੇ cricket ਕੀ ਹੈ, international level games ਆ। second, taking part in dash develop qualities such as a confidence। ਕਹਿੰਦੇ ਜੇਕਰ ਅਸੀਂ ਕਾਹਦੇ ਵਿੱਚ ਪਾਰਟੀਸਪੇਟ ਕਰਦੇ ਹਾਂ ਤਾਂ ਸਾਡਾ ਹੌਸਲਾ ਵੱਧਦਾ ਜੀ, ਗੇਮਸ। ਜੇਕਰ ਅਸੀਂ ਗੇਮਸ ਦੇ ਵਿੱਚ ਪਾਰਟੀਸਪੇਟ ਕਰਦੇ ਹਾਂ ਤਾਂ ਸਾਡਾ ਹੌਸਲਾ ਕੀ ਹੁੰਦਾ ਜੀ, ਵੱਧਦਾ ਹੈ। ਹਾਰਡ ਵਰਕ ਦੀ ਵੀ ਸਾਡੀ ਕੁਆਲਿਟੀ ਹੁੰਦੀ ਹੈ, ਡੈਡੀਕੇਸ਼ਨ ਦੀ ਵੀ ਕੁਆਲਿਟੀ ਹੁੰਦੀ ਹੈ। ਵੀ ਲਰਨ ਡੈਸ਼ ਬਾਈ ਪਲੇਇੰਗ ਐਜ਼ ਅ ਟੀਮ। ਅਸੀਂ ਜਦੋਂ ਟੀਮ ਵਰਕ ਕਰਦੇ ਹਾਂ, ਅਸੀਂ ਟੀਮ ਦੇ ਵਿੱਚ ਕੰਮ ਕਰਦੇ ਹਾਂ, ਅਸੀਂ ਕਿਸ ਚੀਜ਼ ਨੂੰ ਸਿੱਖ ਜਾਂਦੇ ਹਾਂ ਜੀ, ਕੋਆਪਰੇਸ਼ਨ ਕਰਨਾ, ਤਾਲਮੇਲ ਬਣਾਉਣਾ, ਸਹਿਯੋਗ ਬਣਾਉਣਾ, ਕਿਸੇ ਦੇ ਨਾਲ ਕੋਆਪਰੇਸ਼ਨ ਕਰਨਾ ਅਸੀਂ ਕੀ ਕਰਦੇ ਹਾਂ, ਲਰਨ ਕਰਨ ਜਾਂਦੇ ਹਾਂ। ਨੈਕਸਟ ਵਨ ਇਜ਼ ਟਿਕ ਦੀ ਕਰੈਕਟ ਆਨਸਰ। ਵਿਚ ਆਫ ਦੀ ਫਲੋਇੰਗ ਗੇਮਸ ਇਜ਼ ਪਲੇਡ ਐਜ਼ ਅ ਟੀਮ। ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਗੇਮ ਆ ਜੋ ਐਜ਼ ਅ ਟੀਮ ਖੇਡੀ ਜਾਂਦੀ ਹੈ। ਫੁੱਟਬਾਲ, ਹੈਮਰ ਥਰੋ, ਵੇਟ ਲਿਫਟਿੰਗ। ਫੁੱਟਬਾਲ ਜੀ ਐਜ਼ ਅ ਟੀਮ ਖੇਡੀ ਜਾਂਦੀ ਆ। ਰਾਈਟ ਆਨਸਰ ਇਜ਼ ਫੁੱਟਬਾਲ। ਆਫਟਰ ਹਾਊ ਮੈਨੀ ਈਅਰਸ ਓਲੰਪਿਕ ਗੇਮਸ ਟੇਕ ਪਲੇਸ। ਕਿੰਨੇ ਸਾਲਾਂ ਦੇ ਬਾਅਦ ਜੋ ਓਲੰਪਿਕ ਗੇਮਸ ਆ ਉਹ ਆਪਣੀ ਪਲੇਸ ਲੈਂਦੀਆਂ। 4 ਈਅਰ, 5 ਈਅਰ, 6 ਈਅਰ। तो राइट आंसर इज 4 ईयर। विच गेम्स आर ऑर्गेनाइज्ड फॉर अ डिफरेंटली एबल्ड प्लेयर्स। ਕਿਹੜੀ ਗੇਮ ਹੈ ਜੋ ਖਾਸ ਯੋਗਤਾ ਰੱਖਣ ਵਾਲੇ ਖਿਡਾਰੀਆਂ ਦੇ ਲਈ ਖੇਡੀ ਜਾਂਦੀ ਹੈ। ਪਾਰਾ ਓਲੰਪਿਕ ਗੇਮਸ। ਰਾਈਟ ਆਨਸਰ ਇਜ਼ ਪਾਰਾ ਓਲੰਪਿਕ। ਇਹ ਵਾਲੀ ਗੇਮ ਇਹ ਵਾਲੀ ਐਕਟੀਵਿਟੀ ਸੀ ਜਿਨ੍ਹਾਂ ਵਿੱਚ ਖਾਸ ਯੋਗਤਾ ਰੱਖਣ ਵਾਲੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਬਾਏ ਪਲੇਇੰਗ, ਜਦੋਂ ਅਸੀਂ ਖੇਡਦੇ ਹਾਂ ਕੀ ਹੁੰਦਾ, ਟਾਈਮ ਇਜ਼ ਵੇਸਟਡ, ਸਾਡਾ ਸਮਾਂ ਖਰਾਬ ਹੁੰਦਾ। ਨੋ। ਵੀ ਰਿਮੇਨ ਹੈਲਥੀ, ਅਸੀਂ ਸਿਹਤਮੰਦ ਰਹਿੰਦੇ ਹਾਂ। ਵੀ ਬਿਕਮ ਸਿਕ, ਅਸੀਂ ਬਿਮਾਰ ਪੈ ਜਾਂਦੇ ਹਾਂ। ਕੀ ਹੁੰਦੇ ਹਾਂ ਜੀ। ਰਾਈਟ ਆਨਸਰ ਇਜ਼ ਵੀ ਰਿਮੇਨ ਹੈਲਥੀ, ਅਸੀਂ ਸਿਹਤਮੰਦ ਰਹਿੰਦੇ ਹਾਂ। ਆਨਸਰ ਦੀਜ਼ ਕੁਐਸਚਨਸ। ਵਾਈ ਸ਼ੁੱਡ ਵੀ ਟੇਕ ਪਾਰਟ ਇਨ ਗੇਮਸ। ਸਾਨੂੰ ਗੇਮਸ ਦੇ ਵਿੱਚ ਹਿੱਸਾ ਲੈਣਾ ਕਿਉਂ ਚਾਹੀਦਾ ਹੈ। ਵਾਈ ਸ਼ੁੱਡ ਵੀ ਟੇਕ ਪਾਰਟ ਇਨ ਗੇਮਸ। ਸਾਨੂੰ ਗੇਮਸ ਦੇ ਵਿੱਚ ਹਿੱਸਾ ਲੈਣਾ ਕਿਉਂ ਚਾਹੀਦਾ ਹੈ। ਟੇਕਿੰਗ ਪਾਰਟ ਇਨ ਗੇਮਸ, ਸਾਨੂੰ ਗੇਮਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਡਿਵੈਲਪ ਕੁਆਲਿਟੀ ਸੱਚ ਐਜ਼, ਜੇਕਰ ਅਸੀਂ ਗੇਮਸ ਦੇ ਵਿੱਚ ਹਿੱਸਾ ਲੈਂਦੇ ਹਾਂ ਤਾਂ ਜੀ ਸਾਡੇ 'ਚ ਕੀ ਡਿਵੈਲਪ ਹੁੰਦੀਆਂ, ਕੁਆਲਿਟੀਜ਼ ਡਿਵੈਲਪ ਹੁੰਦੀਆਂ ਜੀ। ਸੱਚ ਐਜ਼ ਕੌਨਫੀਡੈਂਸ,
ਸਾਡਾ ਹੌਸਲਾ ਵੱਧਦਾ ਜੀ। ਹਾਰਡ ਵਰਕ ਐਂਡ ਡੈਡੀਕੇਸ਼ਨ ਐਟਸੈਕਟਰਾ। ਅਤੇ ਸਾਡੇ 'ਚ ਕੀ ਹੁੰਦੀ ਹੈ ਜੀ, ਹਾਰਡ ਵਰਕ ਸਖਤ ਮਿਹਨਤ ਕਰਨ ਦੀ ਭਾਵਨਾ ਹੁੰਦੀ ਹੈ। ਡੈਡੀਕੇਸ਼ਨ ਅਸੀਂ ਇੱਕ ਕਿਸੇ ਨੂੰ ਸਮਰਪਿਤ ਹੋ ਜਾਂਦੇ ਹਾਂ। ਐਟਸੈਕਟਰਾ ਇਸ ਤੋਂ ਇਲਾਵਾ ਸਾਡੇ ਵਿੱਚ ਇੱਦਾਂ ਦੀਆਂ ਕੁਆਲਿਟੀਜ਼ ਆਉਂਦੀਆਂ। ਸੈਕਿੰਡ ਕੁਐਸਚਨ ਇਜ਼ ਨੇਮ ਦੀ ਸਕੂਲ ਲੈਵਲ ਗੇਮਸ। ਸਕੂਲ ਲੈਵਲ ਗੇਮਸ ਕਿਹੜੀਆਂ ਜੀ, ਸਕੂਲ ਦੇ ਵਿੱਚ ਕਿਹੜੀਆਂ ਗੇਮਸ ਕਰਵਾਈਆਂ ਜਾਂਦੀਆਂ ਸਕੂਲ ਪੱਧਰ 'ਤੇ। ਸੈਂਟਰਲ ਬਲਾਕ ਲੈਵਲ ਦੀ ਗੇਮ ਜੀ, ਡਿਸਟ੍ਰਿਕਟ ਲੈਵਲ ਗੇਮਸ, ਸਟੇਟ ਲੈਵਲ, ਨੈਸ਼ਨਲ ਲੈਵਲ ਐਂਡ ਇੰਟਰਨੈਸ਼ਨਲ ਲੈਵਲ ਗੇਮਸ। ਨੈਕਸਟ ਕੁਐਸਚਨ ਇਜ਼ ਰਾਈਟ ਐਨੀ 4 ਇੰਟਰਨੈਸ਼ਨਲ ਗੇਮਸ। ਜੋ ਅੰਤਰਰਾਸ਼ਟਰੀ ਗੇਮਸ ਆ ਕੋਈ 4 ਉਹਨਾਂ ਗੇਮਸ ਦੇ ਤੁਸੀਂ ਨੇਮ ਲਿਖਣੇ ਆ। ਆਨਸਰ ਇਜ਼ ਹਾਕੀ, ਫੁੱਟਬਾਲ, ਰੇਸ, ਵਾਲੀਬਾਲ। ਨੈਕਸਟ ਕੁਐਸਚਨ ਇਜ਼ ਵਟ ਯੂ ਮੀਨ ਬਾਈ ਆ ਪਾਰਾ ਓਲੰਪਿਕ ਗੇਮਸ। ਪਾਰਾ ਓਲੰਪਿਕ ਗੇਮਸ ਦੇ ਬਾਰੇ ਤੁਸੀਂ ਕੀ ਜਾਣਦੇ ਹੋ। ਥੀਸ ਗੇਮਸ ਆਰ ਆਰਗੇਨਾਈਜ਼ਡ ਫॉर ਅ ਪਰਸਨ ਵਿਦ ਅ ਸਪੈਸ਼ਲ ਐਬਿਲਿਟੀਜ਼। ਇਹ ਉਹਨਾਂ ਲੋਕਾਂ ਦੇ ਲਈ ਗੇਮਸ ਕਰਵਾਈਆਂ ਗਈਆਂ ਸੀ ਜਿਹੜੇ ਕਿ ਖਾਸ ਯੋਗਤਾ ਰੱਖਦੇ ਸੀ। ਮਾਈਂਡ ਮੈਪਿੰਗ। ਨੈਕਸਟ ਕੁਐਸਚਨ ਇਜ਼ ਕੀ ਹੈ ਜੀ, ਮਾਈਂਡ ਮੈਪਿੰਗ ਹੈ। ਸੈਂਟਰ ਦੇ ਵਿੱਚ ਉਹਨਾਂ ਲਿਖਿਆ ਹੋਇਆ ਗੇਮਸ ਪਲੇਡ ਐਜ਼ ਅ ਟੀਮ। ਨੈਕਸਟ ਵਨ ਇਜ਼ ਡੂ ਯੂ ਨੋ ਹੂ ਆਰ ਇੰਟਰਨੈਸ਼ਨਲ ਪਲੇਅਰਸ। ਕੀ ਤੁਸੀਂ ਇੰਟਰਨੈਸ਼ਨਲ ਪਲੇਅਰਸ ਦੇ ਬਾਰੇ ਗੱਲ ਜਾਣਦੇ ਹੋ। ਨੀਚੇ ਤੁਸੀਂ ਮਿਸਟਰ ਪੀਟੀ ਊਸ਼ਾ ਦੀ ਪਿਕਚਰ ਦੇਖ ਰਹੇ ਹੋਗੇ। ਪੀਟੀ ਊਸ਼ਾ ਉਹ ਵਾਲੀ ਲੇਡੀ ਸੀ ਜੋ ਅਥਲੀਟ ਸੀ ਅਤੇ ਉਹਨਾਂ ਫਸਟ ਇੰਡੀਅਨ ਓਲੰਪਿਕ ਵੂਮੈਨ ਸੀ ਜਿਨ੍ਹਾਂ ਨੇ 1984 ਦੇ ਵਿੱਚ ਉਹਨਾਂ ਨੇ ਇਹਦੇ ਵਿੱਚ ਪਾਰਟੀਸਪੈਂਟ ਕੀਤਾ ਸੀ ਓਲੰਪਿਕ ਗੇਮਸ ਦੇ ਵਿੱਚ। ਫਰਦਰ ਹੇਅਰ ਦੀ ਸਮ ਫੈਕਟਰਸ ਆਫ ਦੀ ਆਟੋਬਾਇਓਗ੍ਰਾਫੀ ਆਫ ਅਦਰ ਇੰਟਰਨੈਸ਼ਨਲ ਪਲੇਅਰਸ। ਮਿਲਖਾ ਸਿੰਘ ਨਾਉਨ ਐਜ਼ ਅ ਫਲਾਇੰਗ ਸਿੱਖ। ਹੁਣ ਤੁਸੀਂ ਕੁਝ ਮਿਲਖਾ ਸਿੰਘ ਦੇ ਬਾਰੇ ਜਾਣਨਾ ਪਾਉਂਗੇ ਜਿਨ੍ਹਾਂ ਨੂੰ ਐਜ਼ ਅ ਫਲਾਇੰਗ ਸਿੱਖ ਨਾਮ ਨਾਲ ਜਾਣਿਆ ਜਾਂਦਾ ਸੀ। ਉਹ ਦੱਸਦੇ ਕਿ ਮੇਰੇ ਪਿਤਾ ਜੀ ਦਾ ਨਾਮ ਸੰਪੂਰਨ ਸਿੰਘ ਸੀ। ਮੇਰੇ ਪਿਤਾ ਜੀ ਸੀਗੇ ਜੋ ਇੱਕ ਸਿੰਪਲ ਪਰਸਨ ਸੀ। ਅਸੀਂ ਕੱਚੇ ਘਰ ਦੇ ਵਿੱਚ ਰਹਿੰਦੇ ਸੀ। ਅਸੀਂ 5 ਬ੍ਰਦਰ ਸਿਸਟਰ ਸੀ। ਸਾਡਾ ਕੱਚਾ ਹਾਊਸ ਸੀ, ਉਹਦੇ ਵਿੱਚ ਹੀ ਸਾਡੇ ਕੀ ਸੀ, ਬਫਲੋਸ ਐਂਡ ਕਾਓ ਜੋ ਗਾਵਾਂ ਅਤੇ ਮੱਝਾਂ ਉਹਦੇ ਵਿੱਚ ਹੀ ਉਹ ਰਹਿੰਦੀਆਂ ਸੀਗੀਆਂ ਅਤੇ ਉੱਥੇ ਅਸੀਂ ਸਿੰਪਲ ਜਿਹੀ ਪਰਿਵਾਰ ਦੇ ਵਿੱਚ ਰਹਿੰਦੇ ਸੀ। ਮਿਲਖਾ ਸਿੰਘ ਕਹਿੰਦੇ ਜਦੋਂ ਮੈਂ ਆਫਟਰਨਿੰਗ ਪਾਸਿੰਗ 4th ਕਲਾਸ, ਜਦੋਂ ਮੈਂ 4th ਕਲਾਸ ਪਾਸ ਕਰ ਲਈ ਸੀ ਤਾਂ ਮੈਂ ਸਕੂਲ ਦੇ ਵਿੱਚ ਸਟੱਡੀ ਕਰਨੀ ਚਾਹੀ। ਮੈਨੂੰ ਸਕੂਲ ਦੇ ਵਿੱਚ ਜਦੋਂ ਐਡਮਿਸ਼ਨ ਮਿਲੀ ਤਾਂ ਜੋ ਮੇਰਾ ਸਕੂਲ ਘਰ ਤੋਂ ਡਿਸਟੈਂਸ ਸੀ ਉਹ 1450 ਕਿਲੋਮੀਟਰ ਦੂਰ ਸੀ। ਤਾਂ ਉਹਦੇ ਲਈ ਹਰ ਸਵੇਰ ਮੈਨੂੰ ਕੀ ਸੀ ਜੀ, ਜਲਦੀ ਉੱਠਣਾ ਪੈਂਦਾ ਸੀਗਾ। ਹਰ ਸਵੇਰ ਮੈਂ ਜਲਦੀ ਉੱਠਦਾ ਸੀ ਅਤੇ ਆਪਣੇ ਸਕੂਲ ਦੇ ਲਈ ਚਲਾ ਜਾਂਦਾ ਸੀ। ਆਫਟਰ ਦੈਨ ਹੈਪਨਡ ਮਿਸਕੈਰੇਜ ਆਫ 1947। ਜਦੋਂ 1947 ਦੁਖਦਾਂਤ ਗੱਲ ਹੋਈ ਆ। ਆਵਰ ਹਾਊਸਸ ਐਂਡ ਦੀ ਹਾਊਸਸ ਆਫ ਥਾਊਜ਼ੈਂਡ ਆਫ ਦੀ ਪੀਪਲ ਆਰ ਵਿਲੇਜ ਵਾਰ ਡਿਸਟਰੋਇਡ। ਜੋ ਅਸੀਂ ਸੀ ਅਤੇ ਲੱਖਾਂ ਹੀ ਸਾਡੇ ਵਰਗੇ ਹੋਰ ਲੋਕ ਸੀ, ਹੋਰ ਘਰ ਸੀ ਜਿਹੜੇ ਉਹ ਬਰਬਾਦ ਹੋ ਗਏ ਸੀਗੇ। ਸਮ ਆਫ ਦੀ ਆਵਰ ਫੈਮਲੀਜ਼ ਮੈਂਬਰ ਅਦਰ ਵਿਲੇਜ ਇੱਧਰ ਕਿਲਡ ਔਰ ਵਰ ਆਰ ਮਿਸਿੰਗ। ਲੱਖਾਂ ਹੀ ਲੋਕ ਸੀ ਜਿਹੜੇ ਕਿੰਨੇ ਹੀ ਮਰ ਗਏ ਸੀ ਅਤੇ ਕਿੰਨੇ ਹੀ ਭਟਕ ਗਏ ਸੀ। ਕਹਿੰਦੇ ਫਿਰ ਵੀ ਮੈਂ ਉਸ ਚੀਜ਼ ਨੂੰ ਕੀ ਕੀਤਾ ਸੀ, ਆਪਣੇ ਅੱਖੀਂ ਦੇਖਿਆ ਸੀ। ਬਟ ਸਮਹਾਓ ਆਈ ਰੀਚਡ ਦਿੱਲੀ। ਪਰ ਕਿਵੇਂ ਨਾ ਕਿਵੇਂ ਕਰਕੇ ਮੈਂ ਦਿੱਲੀ ਦੇ ਵਿੱਚ ਪਹੁੰਚ ਗਿਆ। ਉੱਥੇ ਆ ਕੇ ਇੰਟਰਨੈਸ਼ਨਲ ਲੈਵਲ ਜੋ ਗੇਮ ਸੀ ਉਹ ਮੈਂ 1952 ਦੇ ਵਿੱਚ ਸਟਾਰਟ ਕੀਤੀ। ਅਤੇ ਜੋ ਮੇਰਾ ਟੀਚਰ ਸੀ ਗੁਰਤੇਜ ਸਿੰਘ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ। ਤਾਂ ਉਹਨਾਂ ਦੀ ਜੋ ਕੋਆਪਰੇਸ਼ਨ ਦਾ ਜੋ ਮੈਨੂੰ ਸਿਹਰਾ ਸੀਗਾ ਉਹੀ ਮੈਨੂੰ ਸਫਲਤਾ ਤੱਕ ਲੈ ਆਇਆ। ਹੌਲੀ ਹੌਲੀ ਮੈਂ ਕੀਤਾ ਇਸ ਗੇਮਸ ਦੇ ਵਿੱਚ ਸਕਸੈਸ ਹੁੰਦਾ ਗਿਆ। ਅਤੇ ਇੱਕ ਦਿਨ ਜੋ ਰਨਿੰਗ ਸੀ ਮੇਰੀ ਲਾਈਫ ਦਾ ਇੱਕ ਪਾਰਟ ਬਣ ਗਈ ਸੀ। 1950 ਅਤੇ 1956 ਐਂਡ 1957 ਦੇ ਵਿੱਚ ਜੋ ਸੀ ਮੇਰਾ ਹਾਰਡ ਵਰਕ ਦਾ ਮੋਸਟ ਹਾਰਡ ਵਰਕ ਦਾ ਟਾਈਮ ਪੀਰੀਅਡ ਸੀ। ਇਸ ਸਮੇਂ ਮੈਂ 1958 ਦੇ ਵਿੱਚ ਜੋ 400 ਮੀਟਰ ਰੇਸ ਸੀ ਉਹ ਵੌਨ ਕੀਤੀ ਸੀ। ਏਸ਼ੀਅਨ ਗੇਮਸ ਹੈਲਡ ਇਨ ਟੋਕੀਓ ਦੇ ਵਿੱਚ ਨੈਸ਼ਨਲ ਲੈਵਲ ਗੇਮਸ ਸੀ ਜਿਹੜੀਆਂ ਮੈਂ ਖੇਡੀਆਂ ਸੀ। ਮਿਲਖਾ ਸਿੰਘ ਦੱਸਦੇ ਜੋ ਮੈਂ ਲਾਈਫ ਦੇ ਵਿੱਚ ਜੋ ਆਪਣਾ ਟਾਈਮ ਸਪੈਂਡ ਕੀਤਾ ਉਹ ਐਜ਼ ਆ ਗੇਮ ਹੀ ਕੀਤੀਆਂ। ਤਾਂ ਹੌਲੀ ਹੌਲੀ ਜੋ ਮੈਂ 400 ਮੀਟਰ ਰੇਸ ਦੇ ਵਿੱਚ ਵੀ ਪਾਰਟੀਸਪੇਟ ਕੀਤਾ। ਉਹ ਕਹਿੰਦੇ ਸੀਕਰੇਟ ਆਫ ਮਾਈ ਲਾਈਫ, ਮੇਰੀ ਲਾਈਫ ਦਾ ਸੀਕਰੇਟ ਇਹੀ ਹੈ ਕਿ ਆਈ ਯੂਜ਼ਡ ਟੂ ਰਨ ਆਫ 7 days ਇਨ ਆ ਵੀਕ। ਜੇ ਹਫਤੇ ਦੇ ਵਿੱਚ 7 ਦਿਨ ਹੁੰਦੇ ਤਾਂ ਮੈਂ 7 ਦਿਨ ਹੀ ਦੌੜਦਾ ਰਿਹਾ। ਐਂਡ ਆ 365 days ਇਨ ਆ ਈਅਰ। ਜੇ 365 ਦਿਨ ਸਾਲ ਦੇ ਵਿੱਚ ਹੁੰਦੀ ਹੈ ਤਾਂ ਮੈਂ ਲਗਾਤਾਰ 365 ਦਿਨ ਹੀ ਦੌੜਦਾ ਰਿਹਾ। ਡਿਊਰਿੰਗ ਦ ਸਪੀਡ ਆਫ ਸਟਰਗਲ ਕਹਿੰਦਾ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਧ ਸੰਘਰਸ਼ ਭਰਿਆ ਸਮਾਂ ਇਹੀ ਸੀ ਕਿ ਮੈਂ ਆਪਣੀ ਲਾਈਫ ਦੇ ਵਿੱਚ ਦੌੜਿਆ ਬਹੁਤ ਹੈ। ਆਈ ਨਾਈਦਰ ਟੁੱਕ ਮਾਈ ਟ੍ਰੇਨਿੰਗ ਲੈਫਟ ਹੈਂਡਡ ਆਈ ਲੇਜ਼ੀਨੈਸ ਓਵਰਪਾਵਰ ਮੀ। ਕਹਿੰਦੇ ਮੈਂ ਕਦੇ ਵੀ ਆਪਣੇ ਆਪ ਨੂੰ ਲੇਜ਼ੀਨੈਸ ਫੀਲ ਨਹੀਂ ਕੀਤਾ ਸੀ। ਮੈਂ ਆਪਣੇ ਆਪ ਨੂੰ ਕਦੇ ਵੀ ਆਲਸ ਮਹਿਸੂਸ ਨਹੀਂ ਹੋਣ ਦਿੱਤਾ ਸੀ। ਡੀਅਰ ਚਿਲਡਰਨ, ਉਹ ਕਹਿੰਦੇ ਪਿਆਰੇ ਬੱਚਿਓ, ਕੰਟੀਨਿਊਸ ਐਂਡ ਟ੍ਰਾਇਲਸ ਹਾਰਡ ਵਰਕ ਇਜ਼ ਦ ਸੀਕਰੇਟ ਆਫ ਸਕਸੈਸ। ਕਹਿੰਦੇ ਜੋ ਸੀਕਰੇਟ ਆਫ ਸਕਸੈਸ ਦਾ ਜੋ ਰਾਜ ਹੈ, ਸੀਕਰੇਟ ਹੈ, ਉਹ ਇਹੀ ਹੈ ਕਿ ਕੰਟੀਨਿਊਸ ਐਂਡ ਟ੍ਰਾਇਲਸ
इज़ हार्ड वर्क। लगातार काम करते रहो, अजिहा काम जो अनथक होकर तुसी करो, सख्त मेहनत अनथक होकर करो, तुसी इदां दा काम करते रहो। नॉट ओनली गेम्स बट इन ऑल वॉक्स ऑफ लाइफ। कहते कलियां गेम्स सब कुछ नहीं होंदियां, तुसी अपनी लाइफ विच जिवें हो उहनूं वधिया टाइम वधिया ड्यूरेशन दे नाल की करो, चलते रहो, अपनी जिंदगी दे विच दौड़ते रहो। अ स्पोर्ट मास्कट इज़ अ डिसाइडेड गेम प्लेस एज अ हायर लैवल्स फॉर एग्जाम्पल। नीचे जो एग्जाम्पल्स दित्तियां वो हायर लैवल गेम्स दी एग्जाम्पल्स हैं। Let's start a back exercise. Fill in the blank. Milkha Singh was honored with a title of Dash Singh. जो मिल्खा सिंह सी उन्होंने काहदा टाइटल दिता गया सी? फ्लाइंग सिख। एंड कंटिन्यूस एंड ट्रायलस डैश द सीक्रेट ऑफ सक्सैस। जो लगातार अति अनथक डैश हार्डवर्क अनथक डैश सक्सैस का राज है हार्डवर्क। जो ट्रायलस अनथक मेहनत है तो कंटिन्यूस अपने आप लगातार निरंतर जारी रखना, दोनों चीज़ां की है सीक्रेट ऑफ सक्सैस राज दी कामयाबी दी दोनों चीज़ां राज हैं। मैथ दी कॉलम्स पीटी ऊषा कौन सी जी? क्वीन ऑफ द ट्रैक एंड फील्ड। कर्ण मलेश्वरी वेटलिफ्टर। सचिन तेंदुलकर मास्टर ब्लास्टर। मेजर ध्यानचंद मैजिकन ऑफ हॉकी। जो ये वाली परसन सी उन्होंने ये वाली क्वालिटीज़ पाई जांदियां सी। क्वेश्चन नंबर 10 इज वट इज़ द सीक्रेट ऑफ सक्सैस इन वॉक्स ऑफ लाइफ। जेकर तुम जिंदगी में चलते रहते हो तो सीक्रेट ऑफ सक्सैस कामयाब होने का राज की है? सीक्रेट ऑफ सक्सैस इन ऑल वॉक्स ऑफ लाइफ इज़ हार्ड वर्क। सारी जिंदगी जो तुम कामयाब होना चाहते हो तो तुहाडे सीक्रेट ऑफ सक्सैस यही है कि तुम लगातार अनथक मेहनत होकर चलते रहो। ओके स्टूडेंट, आवर लैसन इज़ फुली कंप्लीटेड। अपना लैसन है जो पूरा कंप्लीट हो चुका है। तुम बैक एक्सरसाइज नोटबुक के उत्ते करनी है, क्वेश्चन आंसर नोटबुक के उत्ते, जो फिल इन द ब्लैक मैथ्स की कॉलम है वो बुक के उपर फिलअप करनी है। गुड बाय, स्टे होम, सेफ लाइफ।